सतनाम करता पुरख निरभौ निर्वैर अकाल मूरत अजूनी सैभं गुर प्रसाद। सज्जन सच्चा पातशाह सिर शाहां दे शाह, जिस पास बैठिया सोही है सबना दा वेसाह। जिस पास बैठिया सोही है सबना दा वेसाह। सूही महला तीजा, शब्द सच्चाए सच सोहेला। जिथै सच्चे का होए विचारो राम। शब्द सच्चाए सच सोहेला, जिथै सच्चे का होए विचारो राम। हऊँ मैं सब किल विख काटे, साच रखिया उर तारे राम। सच रखिया उर थारे दुतर तारे। फिर भवजल तरन ना होई, सच्चा सतगुर सच्ची बाणी। जिन सच विखालिया सोई, साचे गुण गावै सच समावै। सच वेखै सब सोई, नानक साचा साहिब साची नाई। सच निस्तारा होई, साचै सतगुर साच बुझाया। पत राखै सच सोई राम, सच्चा भोजन पाओ सच्चा है। सच्चै नाम सुख होई राम। साचै नाम सुख होई, मरै न कोई। गर्भ ना जूनी वासा, ज्योति ज्योत मिलाई सच समाई। सच नाए परगासा, जिन्हीं सच जाता से सच्चे होए। अनदिन सच ध्यायन, नानक सच नाम जिन हृदय वसिया। ना बिछुड़ दुख पायन, जिन्हीं सच जाता से सच्चे होए। अनदिन सच ध्यायन, नानक सच नाम जिन हृदय वसिया। ना विछुड़ दुख पायन। वाहिगुरु जी का खालसा, वाहिगुरु जी की फतेह। तन तन गुरु ग्रंथ साहिब जी। गुरु साहिब जी दी अपार नवाजिश। शाम समय ਦਾ ਸਮਾਂ ਅਸੀਂ ਗੁਰਬਾਣੀ ਦੇ ਰਾਹੀਂ ਆਪਣੇ ਆਪ ਨੂੰ ਸੁਰਤਿਆਬ ਕਰਨ ਲਈ ਮਾਣ ਪਾ ਰਹੇ ਹਾਂ। ਵਡਭਾਗੀ ਹਾਂ। ਸ਼ਾਮ ਸਮੇਂ ਦਾ ਦੀਵਾਨ ਚੱਲ ਰਿਹਾ ਹੈ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਅਗਲੇਰੇ ਸਮੇਂ 'ਚ ਗੁਰੂ ਸ਼ਬਦ ਵਿਆਖਿਆ ਹੈ। ਨਾਲ ਹੀ ਜੋ ਸ਼ਬਦ ਆਪਨੇ ਸਰਵਨ ਕੀਤਾ ਹੈ, ਇਹਦੇ 2 ਪਦੇ ਸ਼ੁਰੂਆਤੀ ਪੜ੍ਹੇ ਗਏ ਨੇ। ਛੰਦ ਰੂਪ ਹੈ। 2 ਨੰਬਰ ਬੰਦ ਤੋਂ ਅਸੀਂ ਵਿਚਾਰ ਦਾ ਆਗਾਜ਼ ਕਰਨਾ ਹੈ। ਪਰ ਜ਼ਰੂਰੀ ਬੇਨਤੀ ਇਹ ਹੈ ਕਿ ਆਉਂਦੇ ਦਿਨਾਂ ਦੇ ਖਾਸ ਕਰਕੇ
ਸ਼ਹਾਦਤ ਪੁਰਬਾਂ ਨੂੰ ਸਮਰਪਿਤ ਚਮਕੌਰ, ਸਾਕਾਏ ਚਮਕੌਰ ਤੇ ਸਾਕਾਏ ਸਰਹਿੰਦ, ਉਸ ਸਾਰੇ ਲਈ ਸਮਾਗਮ ਉਲੀਕੇ ਗਏ ਨੇ। ਵਰਚੁਅਲੀ ਹੋਣਗੇ, ਆਪ ਇੰਜੋਏ ਕਰੋਗੇ ਉਸ ਨੂੰ TV ਰਾਹੀਂ, ਹੋਰ ਮੀਡੀਆ ਰਾਹੀਂ, ਜਿਹਦੇ ਵਿੱਚ ਬੜੇ ਉੱਘੇ ਰਾਗੀ ਜਿਨ੍ਹਾਂ 'ਚ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਮਹਿਤਾਬ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹ ਵੀ ਆ ਰਹੇ ਨੇ। ਸੋ ਸ਼ਾਮ ਦਾ ਦੀਵਾਨ ਇਸੇ ਤਰੀਕੇ ਨਾਲ ਚੱਲੇਗਾ। ਸੋ ਆਪ ਉਸ ਸਾਰੇ ਪ੍ਰੋਗਰਾਮ ਨੂੰ ਗੁਰਸ਼ਬਦ ਦੇ ਨਾਲ ਕੀਰਤਨ ਦੇ ਤੌਰ 'ਤੇ ਜਿਵੇਂ ਅੱਗੇ ਮਾਣਦੇ ਉਹਨੂੰ ਸਹੀ ਰੂਪ ਵਿੱਚ ਮਾਣ ਸਕੋਗੇ। ਖੈਰ, ਬਚਨ ਆਪਾਂ ਪ੍ਰਾਰੰਭ ਕਰ ਰਹੇ ਹਾਂ। ਜੋ ਗੁਰਦੇਵ ਜ਼ਿਕਰ ਕਰ ਰਹੇ ਨੇ ਕਿ ਸੱਚ ਹੈ ਸਤਿਗੁਰ ਸਾਚ ਬੁਝਾਇਆ, ਪਤ ਰਾਖੈ ਸਚ ਸੋਈ ਰਾਮ। ਬੀਤੇ 'ਚ ਅਸੀਂ ਜੋ ਵਿਚਾਰ ਰਹੇ ਸੀਗੇ ਇਸੇ ਸ਼ਬਦ ਦੇ ਸ਼ੁਰੂਆਤੀ ਪਦੇ 'ਚ, ਸ਼ਬਦ ਸੱਚਾ ਸੱਚ ਸੋਹਿਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਸ਼ਬਦ ਇੱਕ ਐਸਾ ਸੰਦੇਸ਼, ਇੱਕ ਐਸਾ ਬਚਨ ਜਿਹੜਾ ਸਾਨੂੰ ਸਹੀ ਰੂਪ ਵਿੱਚ ਹੁਕਮ ਨੂੰ ਸਮਝਣ 'ਚ ਮਦਦ ਕਰਦਾ। ਅਸਲ 'ਚ ਹੁਕਮ ਦੀ ਗੱਲ ਹੋ ਰਹੀ ਸੀ, ਇਸ ਰੂਪ ਵਿੱਚ ਬਾਤ ਕਰ ਰਿਹਾ ਸੀਗਾ। ਹੁਣ ਜੋ ਬਚਨ ਆਇਆ ਹੈ, ਬਿਲਕੁਲ ਤੁਸੀਂ ਦੇਖੋਗੇ ਪੰਕਤੀਆਂ ਇੰਝ ਲੱਗਦਾ ਜਿਵੇਂ ਰੈਪੀਟੀਸ਼ਨ ਹੈ। ਨੋ ਡਾਊਟ ਉਹ ਵੀ ਹੈ, ਡਰਿਲਿੰਗ ਕਰਦੇ ਨੇ ਗੁਰੂ ਸਾਹਿਬ, ਪਰ ਨਾਲ ਦੀ ਨਾਲ ਉਹਨਾਂ ਦਾ ਨੈਕਸਟ ਫੇਸ ਤੇ ਉਹਨਾਂ ਨੂੰ ਡਿਫਰੈਂਟ ਐਲੈਬੋਰੇਟ ਵੀ ਕਰਦੇ ਨੇ। ਇਹ ਸ਼ਬਦ ਹੈ, ਸੱਚ ਹੈ ਸਤਿਗੁਰੂ ਸਾਚ ਬੁਝਾਇਆ, ਪਤ ਰਾਖੈ ਸਚ ਸੋਈ ਰਾਮ। ਸੱਚ 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 ਹੋ ਰਹੀ ਗੱਲ ਲਗਾਤਾਰ, ਕਿਉਂਕਿ ਐਂਡ ਗੋਲ ਜਿਹੜਾ ਆ ਬੀਇੰਗ ਏ ਸਿੱਖ, ਉਹ ਤੇ ਸਚਿਆਰ ਹੋਣਾ ਹੀ ਹੈ, ਹੋਰ ਤੇ ਕੁਛ ਵੀ ਨਹੀਂ। ਮਨੁੱਖ ਨੇ ਸੱਚ ਦੇ ਨਾਲ ਆਪਣੀ ਵਾਕਫੀਅਤ ਕਰਨੀ ਹੈ, ਉਹਦੇ ਨਾਲ ਵਾਬਸਤਾ ਹੋਣਾ ਹੈ, ਉਹਨੂੰ ਜੀਣਾ ਹੈ, ਅਪਣਾਉਣਾ, ਰਹਿਣਾ ਤੇ ਉਹਦਾ ਰੂਪ ਹੋ ਜਾਣਾ। ਇਹ ਸਿੱਖੀ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸੱਚ ਹੈ ਸਤਿਗੁਰ ਸਾਚ ਬੁਝਾਇਆ। ਸੱਚੇ ਸਤਿਗੁਰ ਨੇ ਮੈਨੂੰ ਸੱਚ ਬੁਝਾ ਦਿੱਤਾ। ਹੁਣ ਇੱਥੇ ਸਤਿਗੁਰ ਤੇ ਸਤਿਗੁਰੂ ਵੀ ਸੱਚਾ, ਇਹਨੂੰ ਥੋੜ੍ਹਾ ਜਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਕੁਝ ਹੋਰ ਬਚਨਾਂ ਵਿੱਚੋਂ ਤੁਹਾਡੇ ਸਾਹਮਣੇ ਲਿਆਉਣਾ ਚਾਹਾਂਗਾ। ਜਿਵੇਂ ਅਸੀਂ ਕਈ ਰੂਪਾਂ 'ਚ ਸ਼ਬਦ ਪੜ੍ਹਦੇ ਹਾਂ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਬਜਾਈਆ ਫੂਕ। ਉੱਥੇ ਬਾਤ ਕੀਤੀ ਗਈ ਕਿ ਭਾਈ ਜਿਹੜਾ ਅਸਲ 'ਚ ਉਹ ਸਤਿਗੁਰੂ ਜਾਂ ਪੂਰਾ ਸਤਿਗੁਰੂ, ਉਹ ਕੀ ਕਰੇਗਾ ਜੇ ਸਾਡੇ ਵਿੱਚ ਹੀ ਚੂਕ ਰਹਿ ਗਈ ਤੇ। ਪਰ ਉਹ ਜਿਹੜਾ ਪੂਰਾ ਸਤਿਗੁਰੂ ਜਾਂ ਸਾਚਾ ਸਤਿਗੁਰ ਹੈ, ਉਹਦੇ ਪਹਿਚਾਨ ਦਾ ਲੈਵਲ ਕੀ ਹੋਏਗਾ, ਉਹਨੂੰ ਜਾਣਾਂਗੇ ਕਿਵੇਂ। ਜਿਹਨੂੰ ਕਿਹਾ ਗਿਆ, ਗੁਰ ਲਾਗਾ ਤਉ ਜਾਣੀਐ, ਮਿਟੈ ਮੋਹ ਤਨ ਤਾਪ। ਇਹ ਤੁਸੀਂ ਗੁਰੂ ਦੇ ਨੇੜੇ ਜਾਓ ਤੇ ਇਹ ਚੀਜ਼ਾਂ ਤੁਹਾਡੇ ਜੀਵਨ ਵਿੱਚੋਂ ਮਿਟਣ। ਇਹ ਚੀਜ਼ ਆ ਗਈ, ਠੀਕ ਹੈ ਜੀ, ਗੁਰੂ ਤੇ ਐਸਾ ਆ। ਹਾਲਾਂਕਿ ਜਿਹੜਾ ਦੇਹਧਾਰੀ ਡੰਮ ਵੀ ਭਾਰਤੀ ਖਿੱਤੇ ਦੀ ਜਾਂ ਪੰਜਾਬ ਦੀ ਫਿਜ਼ਾ ਵਿੱਚ ਲੰਬਾ ਸਮਾਂ ਚੱਲਿਆ, ਤੇ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਕੇ ਆਪਣੀ ਦੇਹ ਪ੍ਰਸਤਗੀ ਦੀ ਗੱਲ ਵੀ ਆਈ। ਹਾਲਾਂਕਿ ਗੁਰਮਤਿ ਸਕੂਲ ਬਿਲਕੁਲ ਕਲੀਅਰ ਆ, ਜਿਹੜੀ ਦੇਹੀ ਹੈ ਇਹ ਇੱਕ ਪਿੰਡ ਦੀ ਤਰ੍ਹਾਂ ਹੈ, ਇੱਕ ਗਾਂਵ ਦੀ ਤਰ੍ਹਾਂ, ਇੱਕ ਵਕਤੀ ਤੌਰ 'ਤੇ ਵਸੇ ਹੋਏ ਨਗਰ ਦੀ ਤਰ੍ਹਾਂ ਆ। ਇਹਨੇ ਇੱਕ ਦਿਨ ਮਿਟ ਜਾਣਾ ਹੈ। ਜਿਹੜੀ ਸਦੀਵੀ ਚੀਜ਼ ਹੈ ਉਹ ਹੈ ਬੰਦੇ ਦੇ ਵਿਚਾਰ, ਖਿਆਲ, ਤੇ ਉਹਨਾਂ ਵਿਚਾਰਾਂ ਖਿਆਲਾਂ ਵਿੱਚੋਂ ਨਿਕਲੇ ਹੋਏ ਉਹਦੇ ਅਮਲਾਂ ਦੇ ਫੁੱਟਪ੍ਰਿੰਟ, ਜਿਹੜੇ ਉਹਦੇ ਅਸਲ ਪੈੜਾਂ ਛੱਡ ਕੇ ਜਾਂਦਾ ਧਰਤੀ ਦੇ ਉੱਤੇ। ਇਹ ਥੋੜ੍ਹੀ ਡੀਪ ਗੱਲ ਲੱਗਦੀ, ਬੰਦਾ ਕਈ ਵਾਰੀ ਉਹਨੂੰ ਲੱਗਦਾ ਵੀ ਕਿਹੜੀ ਕੈਸੀ ਬਾਤ ਹੋ ਰਹੀ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਪਣੀ ਜੀਵਨ ਯਾਪਨ ਦੇ ਜ਼ਰੀਏ ਸਾਨੂੰ ਜੀਵਨ ਜਾਂਚ ਸਭ ਚੀਜ਼ਾਂ ਸਿਖਾਈਆਂ, ਦੱਸੀਆਂ ਨੇ। ਖੈਰ, ਜਿਹੜੀ ਬੇਨਤੀ ਕਰ ਰਹੇ ਉਹਦੇ 'ਤੇ ਫੋਕਸ ਰੱਖੀਏ। ਸਾਹਿਬ ਪਾਤਸ਼ਾਹ ਜਦੋਂ ਸਤਿਗੁਰ ਦੀ ਗੱਲ ਕਰਦੇ, ਗੁਰ ਦੀ ਗੱਲ ਕਰਦੇ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਇਹ ਸਤਿਗੁਰੂ ਹੈ ਜਿਹਦੇ ਨਾਲ ਸਾਂਝ ਪਾਉਣ ਦੇ ਨਾਲ ਬੰਦਾ ਆਨੰਦ ਅਵਸਥਾ, ਸਕੂਨ ਦੀ ਅਵਸਥਾ ਜਾਏ। ਹੁਣ ਇਹ ਜਿਹੜੀ ਚੀਜ਼ ਹੈ, ਫਿਰ ਬੰਦਾ ਕਹੇਗਾ ਇਹ ਬੜਾ ਫਿਰ ਕੰਪਲੈਕਸ ਇਸ਼ੂ ਹੈ। ਸਤਿਗੁਰ ਦਾ ਭਾਵ ਕੀ ਹੈ? ਆਪਾਂ ਬੀਤੇ ਤੋਂ ਪਿਛਲੇ ਰੋਜ਼ ਵੀ ਕੁਝ ਬਾਤ ਪਾਈ ਸੀਗੀ। ਜਿਹਨੂੰ ਸਰਲ ਕਰਨਾ ਹੋਏ ਅੱਜ ਦੇ ਕੌਨਟੈਕਸਟ ਦੇ ਵਿੱਚ, ਤੇ ਉਹ ਹੈਗਾ ਕਿ ਸਾਡੇ ਲਈ ਜਦੋਂ ਸਤਿਗੁਰੂ ਦੀ ਗੱਲ ਕਰਦੇ ਹਾਂ, ਅਸੀਂ ਬਾਣੀ ਦੀ ਗੱਲ ਕਰਦੇ ਹਾਂ। ਤੇ ਇਹ ਪਹਿਲੇ ਦਿਨ ਤੋਂ ਹੀ ਕਲੀਅਰ ਰਿਹਾ। ਉਹ ਗੁਰੂ ਕਾ ਉਪਦੇਸ਼ ਹੀ ਗੁਰ ਹੈ। ਉਹਨੂੰ ਹੀ ਤੁਸੀਂ, ਉਸੇ ਨੂੰ ਹੀ ਜੋ ਗੁਰ ਰਸਨਾ ਅੰਮ੍ਰਿਤ ਬੋਲਦੀ,
ਉਹੀ ਅੰਮ੍ਰਿਤ ਹੈ ਸਾਡੇ ਵਾਸਤੇ, ਉਹੀ ਸੱਚ ਰੂਪ ਆ। ਪਰ ਇਹਦੇ ਨਾਲ ਦੀ ਨਾਲ ਗੁਰੂ ਸਾਹਿਬ, ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ, ਆਪ ਆਨੰਦ ਸਾਹਿਬ ਵਿੱਚ ਬਹੁਤ ਸਾਰੇ ਬਚਨ ਪੜ੍ਹਦੇ ਹੋ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕਿਹੜੀ, ਬਾਣੀਆਂ ਸਿਰ ਬਾਣੀ, ਜਿਹਨੂੰ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਹੁਣ ਆਹ ਜਿਹੜੀ ਚੀਜ਼ ਆ ਵੀ ਉਹ ਮੇਰੇ ਸਤਿਗੁਰ ਦੇ ਪਿਆਰੇ ਸਿੱਖੋ, ਉਹ ਇਸ ਰਾਹ ਦੇ ਰਾਹਗੀਰੋ, ਆਓ ਸੱਚ ਦੀ ਬਾਣੀ ਗਾਓ, ਸੱਚੀ ਬਾਣੀ ਗਾਓ। ਫਿਰ ਉਸੇ ਰੂਪ ਵਿੱਚ ਗੁਰੂ ਸਾਹਿਬ ਨੇ ਇਹ ਵੀ ਬਿਆਨ ਕੀਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਫਿਰ ਉਹਦੇ ਬਾਰੇ ਇਹ ਵੀ ਕਿਹਾ ਕਿ ਉਹਦੇ ਇਹ ਵੀ ਚੀਜ਼ ਚੇਤੇ ਰੱਖਿਆ ਜੇ ਕਿ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਮਤਲਬ ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਹੁਣ ਆ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਇਹ ਕੀ ਹੈ ਸਾਰਾ ਸੰਦੇਸ਼? ਇਸ ਕੌਨਟੈਕਸਟ ਵਿੱਚ ਇਹਨੂੰ ਦੇਖੀਏ। ਸੱਚਾ ਸਾਚਾ ਸਤਿਗੁਰੂ ਸਾਚ ਬੁਝਾਇਆ। ਪਹਿਲਾਂ ਮੈਂ ਜੋ ਬਚਨ ਆਨੰਦ ਸਾਹਿਬ ਦਾ ਕਿਹਾ ਸੀ, ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ, ਉਹ ਵੀ ਮਹਾਰਾਜ ਬਿਆਨ ਕਰਦੇ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਜੇ ਸਤਿਗੁਰ ਨਹੀਂ ਵਰਤ ਰਿਹਾ ਤੇ ਭਾਈ ਬਾਣੀ ਕੱਚੀ ਹੈ। ਹੁਣ ਬਾਣੀ ਕੱਚੀ ਮਤਲਬ ਕਿਹਾ ਗਿਆ ਕਿ ਕਿਸੇ ਨੇ ਆਪਣੀਆਂ ਧਾਰਨਾਵਾਂ ਜੋੜ ਲਈਆਂ, ਲਫ਼ਜ਼ ਜੋੜ ਲਏ, ਅਲਫਾਜ਼ ਜੋੜ ਲਏ, ਬੜੀ ਸਰਲ ਐਕਸਪਲੇਨੇਸ਼ਨ ਕਰਦੇ ਹਾਂ। ਪਰ ਇਸੇ ਰਚਨਾ ਵਿੱਚੋਂ ਜੇ ਅਸੀਂ ਦੇਖੀਏ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਾਣੀ। ਇਹ ਜਿਹੜਾ ਐਕਚੁਅਲ ਲੈਵਲ ਤੇ ਮੈਸੇਜ ਪਿਆ ਆ, ਹਰ ਹਰ ਕਰੈ ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੇ। ਹਰੀ ਹਰੀ ਕਰਨਾ, ਰੱਬ ਦਾ ਨਾਂ। ਮੈਨੂੰ ਯਾਦ ਆ ਇੱਕ, ਹੁਣ ਤੇ ਖੈਰ ਸਮਾਂ ਹੋ ਗਿਆ ਇਸ ਬਾਬਤ, ਡਿੱਗੇ ਮੁਰਦੇ ਖੇਡਣ ਦਾ ਫਾਇਦਾ ਨਹੀਂ ਗਾ ਬਹੁਤ ਜ਼ਿਆਦਾ। ਪਰ ਇਹ ਹੋਇਆ ਇਹ ਕਿ ਇੱਕ ਸ਼ਖਸ, ਬੜਾ ਵੱਡਾ ਡੇਰੇਦਾਰ, ਜਿਹੜਾ ਇੱਕ ਵਾਰੀ ਇਹਨਾਂ ਨਾਰਥ ਅਮਰੀਕਨ ਕੰਟਰੀਜ਼ ਦੇ ਵਿੱਚ ਵੀ ਬੜੇ ਵੱਡੇ ਲਾਮ ਲਸ਼ਕਰ ਲੈ ਕੇ ਘੁੰਮਦਾ ਹੁੰਦਾ ਸੀ। ਅਤੇ ਲੋਕਾਂ ਨੇ ਉਸ ਤਰੀਕੇ ਦੇ ਨਾਲ, ਕਿਉਂਕਿ ਜਿਹੜਾ ਗਲੈਮਰ ਆ, ਜਿਹੜੀ ਖਾਸ ਕਰਕੇ ਇੱਕ ਦਿੱਖ ਵਿਖ ਆ, ਇੱਕ ਰਿਸੋਰਸਿਸ ਜਿਹੜੇ ਹੁੰਦੇ, ਜਿਹੜਾ ਬੰਦਾ ਜਿੰਨਾ ਰਿਸੋਰਸਫੁਲ ਹੋਏਗਾ, ਪ੍ਰੈਜੈਂਟੇਸ਼ਨ ਉਵੇਂ ਦੀ ਲੈ ਆਵੇਗਾ, ਉਵੇਂ ਦਾ ਪਬਲਿਸਿਟੀ ਕਰ ਲਵੇਗਾ ਅਤੇ ਆਲੇ ਦੁਆਲੇ। ਅਤੇ ਅਸੀਂ ਜ਼ਿਆਦਾਤਰ ਜਿਹੜੀ ਆਸਥਾ ਦਾ ਰੂਪ ਹੈ ਸਾਡਾ, ਬਿਨਾਂ ਸ਼ੱਕ ਗੁਰੂ ਹੀ ਹੁੰਦਾ ਆ। ਪਰ ਗੁਰੂ ਦੇ ਨਾਲ ਜਿਹੜੇ ਆਲੇ ਦੁਆਲੇ ਇਹੋ ਜਿਹੇ ਲੋਕ ਆ ਜਾਂਦੇ ਅਤੇ ਉਹ ਸਾਨੂੰ ਵਿਖਾਉਂਦੇ ਗੁਰੂ ਜਾਂ ਗੁਰਮਤਿ ਮਰਿਆਦਾ ਤੇ ਸਭ ਹੈ, ਪਰ ਵੱਡੇ ਲੈਵਲ 'ਤੇ ਕਿਤੇ ਉਸ ਸਾਰੇ ਦਾ ਬੈਨੀਫਿਟ ਆਪ ਲਈ ਤੁਰੇ ਜਾਂਦੇ ਨੇ। ਅਤੇ ਉਸ ਬੈਨੀਫਿਟ ਦੇ ਸਦਕਾ ਜਿਹੜੀ ਪੰਥ ਅਤੇ ਪੰਥ ਦੀ ਹੋਣੀ ਹੈ, ਜਿਹੜੀ ਕਮਿਊਨਿਟੀ ਦੇ ਵਿੱਚ ਐਕਚੁਅਲ ਨੀਡ ਆ, ਉਹਨੂੰ ਐਡਰੈਸ ਨਹੀਂ ਕੀਤਾ ਜਾਂਦਾ। ਉਹ ਸਾਈਡ ਲਾਈਨ ਹੋ ਜਾਂਦੀ ਹੈ ਅਤੇ ਉਹ ਕੁਝ ਹੋਰ ਹੀ ਮਸਲੇ ਉੱਤੇ ਜਿਹੜਾ ਹੈਗਾ ਲੋਕ ਕਿਸੇ ਹੋਰ ਜਗ੍ਹਾ 'ਤੇ ਗਵਾਚ ਜਾਂਦੇ। ਖੈਰ, ਉਹ ਧਾਰਨਾਵਾਂ ਗਾਉਂਦਾ ਸੀਗਾ ਅਤੇ ਕਿਸੇ ਨੇ ਆ ਕੇ ਚਿੱਟ ਦੇ ਦਿੱਤੀ ਕਿ ਭਾਈ ਆ ਜਿਹੜੀ ਹੈ ਤੂੰ ਧਾਰਨਾ ਜਿਹੜੀ ਹੈ ਇਹ ਬੰਦ ਕਰ, ਕੱਚੀ ਬਾਣੀ ਹੈ। ਉਹ ਖੈਰ ਖਿਝ ਗਿਆ, ਖਿਝਿਆ ਹੋਇਆ ਉਹਨੇ ਉਹ ਪਹਿਲਾਂ ਤਾਂ ਚਿੱਟ ਪਾੜ ਦਿੱਤੀ। ਅਤੇ ਫਿਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਯੂਟਿਊਬ ਦਾ ਜ਼ਮਾਨਾ ਹੈ, ਇਹੋ ਜਿਹੀਆਂ ਚੀਜ਼ਾਂ ਨੇ। ਜੇ ਕਿਤੇ ਅੱਜ ਕੱਲ੍ਹ ਤਾਂ ਹੁੰਦਾ ਤਾਂ ਫਿਰ ਤਾਂ ਫੋਨ 'ਤੇ ਕਲਿੱਪ ਰਾਈਟ ਪੜ੍ਹ ਕੇ ਲੋਕਾਂ ਨੇ ਪਾ ਦੇਣੀ ਸੀ, ਫੋਰ ਐਵਰ ਹਿਸਟਰੀ ਬਣ ਜਾਣੀ ਸੀ। ਇਹ ਦੌਰ ਥੋੜ੍ਹਾ ਜਿਹਾ ਉਦੋਂ ਪਿੱਛੇ ਦੀ ਬਾਤ ਕਰਦਾ ਮੈਂ। ਅਤੇ ਉਹਦੇ 'ਚ ਹੋਇਆ ਕਿ ਉਹਨੇ ਪਹਿਲਾਂ ਚਿੱਟ ਪਾੜ ਦਿੱਤੀ। ਫਿਰ ਉਹ ਜੋ ਬੋਲ ਰਿਹਾ ਸੀ ਉਹਨੇ ਵਿੱਚ ਹੀ ਸਟੋਪ ਕੀਤਾ ਅਤੇ ਥੋੜ੍ਹਾ ਗੁੱਸਾ, ਵੈਸੇ ਧਰਮ ਦਾ ਮਾਇਨਾ ਗੁੱਸੇ ਤੋਂ ਬਾਹਰ ਆਉਣਾ ਹੈ, ਪਰ ਬੰਦੇ ਨੂੰ ਖੁਦ ਵੀ ਕਈ ਵਾਰ ਧਰਮ ਦੀ ਸਮਝ ਇੰਨੀ ਕੀ ਹੁੰਦੀ ਹੈ, ਮਾਫੀ ਚਾਹਾਂਗਾ। ਅਤੇ ਉਹ ਗੁੱਸਾ ਆਇਆ ਅਤੇ ਉਹਦੇ ਵਿੱਚ ਉਹ ਸੰਗਤ ਨੂੰ ਕਹਿੰਦਾ ਹੈ, ਕਿਉਂਕਿ ਜਿਵੇਂ ਸੰਗਤ ਹੋਏ ਅਤੇ ਸੰਗਤ ਨੂੰ ਸੰਗਤ ਨਾ ਜਾਣ ਕੇ ਭੀੜ ਜਾਣਨਾ, ਅਤੇ ਭੀੜ ਦੀ ਆਵਾਜ਼ ਨੂੰ ਹੀ ਇੱਕ ਵੱਡੀ ਆਵਾਜ਼ ਕਹਿ ਕੇ, ਆਵਾਜ਼ ਜਿਹੜੀ ਸੱਚ ਦੀ ਵੀ ਹੈ, ਜਿਹੜੀ ਸਹੀ ਵੀ, ਉਹਨੂੰ ਦਬਾ ਦੇਣਾ। ਇਹ ਚੀਜ਼ ਅਤੇ ਤੁਸੀਂ ਖਾਸ ਕਰਕੇ ਇੰਡੀਅਨ ਪੋਲੀਟੀਕਲ ਸਿਸਟਮ ਵਿੱਚ ਵੀ ਸਾਰਾ ਕੁਛ ਦੇਖ ਹੀ ਰਹੇ ਹੋ, ਇਹ ਸਭ ਚੀਜ਼ਾਂ ਹੋ ਰਹੀਆਂ। ਅਤੇ ਇਹਦਾ ਜੇ ਕੋਰਿਲੇਟ ਕਰੋ ਅਤੇ ਜਿਹੜੀ ਬੇਨਤੀ ਕਰ ਰਿਹਾ ਸੀਗਾ ਕਿ ਉਸਨੇ ਕੀ ਕੀਤਾ ਕਿ ਉਹ ਆਪਣਾ ਜੋ ਗਾ ਰਿਹਾ ਸੀ ਉਹ 'ਤੇ ਬੰਦ ਕਰਤਾ ਅਤੇ ਵਿੱਚੋਂ ਹੀ ਆਵਾਜ਼ ਦੇ ਕੇ ਕਹਿੰਦਾ ਗੱਲ ਸੁਣੋ ਮੇਰੀ। ਆ ਕਿਸੇ ਨੇ ਲਿਖ ਕੇ ਭੇਜਿਆ, ਮੈਂ ਤੁਹਾਡੇ ਤੋਂ ਕੁਛ ਪੁੱਛਦਾ ਇਹ ਆ
कि कहते ने कि कच्ची बाणी कच्चियां धारनावां नहीं गाउणियां। ठीक है, मैं तुहानूं दसदा कि बाय साहिबजादियां दी या सिख सेवकां दी शहादत गाउणा आ, या मैं जिहड़ा आ वो कहते चलो मैं होर कुछ नहीं ये कही जाना कि वाहिगुरू 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 बोल बंदिया कदे ना कदे ना कदे ना डोल बंदिया, इहो जी कुछ बात कही उसने। कि गलत है दसो? उन्हें कहा जी नहीं बिल्कुल गलत नहीं हैगी। कि ये सच नहीं गा? कहने बिल्कुल सच है। फिर कहना मैं तो सच गा रहा, ये मैंने एवं रोक रहे हैं। सो उसने ऐसा कंपैरिजन किया कि उस कंपैरिजन दे विच ये चीज़ां आ गई। हुण जे गुरु ग्रंथ साहब दे इसे बचन नूं पढ़ीए, गुरु अमरदास साहब ने गल्लां ते क्रिस्टल क्लीयर कीतियां ने। उन्होंने बात की क्या हर हर नित करें रसना कहया किछू ना जानी। हरी हरी भी करता है बंदा, रब रब भी करता, उन्होंने बोलों में भी होंगे, उन्होंने बचनों में भी होंगे। नित करें रसना कहया खुद ही कहे नूं नहीं जानता। इट इज़ अंग्रेजी एक सही है, सम पीपल स्पीक बट दे डोंट अंडरस्टैंड, सम पीपल टीच बट दे डोंट स्टैंड विद इट। कुछ लोग बोलते पर उन्होंने समझते नहीं, कुछ लोग जानते ये कहते कि आई नो, पर नो का मतलब ये नहीं कि तू अंडरस्टैंड भी करता। तेरी तरबीयत दे विच वो चीज़ उकरी भी है। सो हर हर नित करह रसना कहया किछू ना जानी, जो क्या गया वह कुछ भी नहीं जानिया। इत्थे फिर कच आ, इत्थे सच नहीं। देखो कोई भी क्रिया आ, मैं कहना वा कीर्तन करना आ, पाठ करना आ, पाठ च पार्टिसिपेट करना है, कीर्तन च पार्टिसिपेट करना है। जे कहे नूं जानिया जाए, जिन्होंने गुरु साहब ने इस तरह बयान किया सीगा कि मनो जे अंधे कूप कहया बिरद ना जाननी, मन ऊंध है ऊंध, मन अंधे ऊंध है कमल दिसन खरे करूप। जे बंदा मन तो ही अन्ना हो गया, इनू इस तरह भी कहा जाता है कि असी एक धारना बना ली, धारना बना के घड़ा पहले पुट्ठा पा लिया, वो हुण पैना ही कुछ नहीं। सिख बनने का मतलब ही ओपन माइंडेड होना है। कच ते सच का फैसला किसी विवेक रूप में होना है। जो बंदे ने पहले एक धारना पहले एक चीज़ बना ली तो उस चीज़ के मुताबिक अपने आप नूं जिहड़ा लगा लिया, ये मन लिया मैं ठीक हाँ, मेरे च कोई सुधार की लोड़ नहीं, बस हो गया काम। बाकी सिचुएशन यह आला दुआला खराब है, कुछ समा माड़ा चल रहा है, तो ये वास्ते इनू सुधारन वास्ते इनू सुधारन लिए कुछ पाठ पूजा कर लेने, कुछ होर काम कर लेने। ये भारती खिते हज़ारां सालों तो लोग करते रहे, एडे एडे वड्डे ग्रंथ लिखे ने बारे, ये सारे रिचुअल्स ने। You know, you are totally right, but somewhere else is problem. So let's fix somewhere else problem. For that, you need some kind of supernatural power. So these mantras and these all things, ये सब कच्छ है। इत्थों मसला खराब होंदा सारा। तो इहदे च बंदा किसी होर नूं नहीं चीट करदा, एक्चुअल लैवल ते अपने आप नूं ठगदा आ। ये एडा वड्डा पाप आ, बंदा खुद करदा ते खुद नूं एहसास नहीं मैं की कर रहा। गुरु बाबा जी ने यदी बात की कि जो मन का ही अन्ना हो गया, इन लैवल ते होर देख लेना। मैं छोटी जी बेनती करता, कच ते सच तुहाडी अप्रोच ते खड़ा आ। ये हकीकत आ कि वो अप्रोच दे विच जे हुण गुरु ग्रंथ साहब की बाणी है, गुरु साहब ने इतनी प्रिजर्व क्यों की? क्योंकि पॉसिबिलिटी सी गुरु के नाम पर कुछ होर दस दिता जाता है। ये बहुत सारा ऐसा लिटरेचर तुहानूं मिल जाता जिहदे विच थोड़ा बहुत लोग कहते इस तरह नहीं, इस तरह इस तरह नहीं, इस तरह। हाँ, गुरु ग्रंथ साहब टोटल एग्ज इट इज कंपाइल किया, ऑडिट किया, आप सारा संभाल के उहदे उस तरीके उतारे हुए हथ लिखत रूप मिल जाते सानूं। हाँ, थोड़े बहुत खारियां बीड़ा है ने, पर विद्वान सारे इस रूप ने कि हाँ भाई यही सच है। हुण जिहड़ी बात हो रही है, जिहड़ी मैं मौलिक रूप में कर रहा सीगा मैं, कि हुण बंदे दा मन ही अन्ना हो गया। हुण उस अन्ने मन दे विच जिहड़ियां रावां वो सब कुछ हुण भावें हरी हरी कर रहा है, निता प्रति कर रहा है,
हर हर नित करे रसना कहा कछु ना जानी, वो हालत बन गई। फिर गुरु ਸਾਹਿਬ ਦਾ ਕਾਰਨ ਵੀ ਤੇ ਹੋਏਗਾ ਕੋਈ ਨਾ ਕੋਈ ਕਾਰਨ। ਗੁਰੂ ਅਮਰਦਾਸ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ, ਕਹਿੰਦੇ ਵੀ ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਜਿਨ੍ਹਾਂ ਦੇ ਚਿੱਤ ਨੂੰ ਮਾਇਆ ਹਿਰ ਕੇ ਲੈ ਗਈ, ਇਲੂਜਨ। ਸਾਰਾ ਪ੍ਰਕਰਨ ਤੁਸੀਂ ਦੇਖੋ, ਕਿਸਾਨ ਮੋਰਚੇ ਵਾਲਾ ਸਭ ਚੀਜ਼ਾਂ ਇੱਕ ਮਤਲਬ ਇਸ ਤਰ੍ਹਾਂ ਕਹਿ ਲਓ ਕਿ ਜਿਹੜੀਆਂ ਮੂਵਮੈਂਟਸ ਆ, ਜਿਹੜੇ ਵੱਡੇ ਰੈਵੋਲੂਸ਼ਨਸ ਹੁੰਦੇ ਨੇ, ਇਹ ਕਈ ਸਮੇਂ ਬਾਅਦ ਕੁਦਰਤੀ ਤੌਰ 'ਤੇ ਇਸ ਤਰੀਕੇ ਨਾਲ ਇਵੋਲਵ ਹੁੰਦੇ ਨੇ। ਇਹ ਇਹਨਾਂ ਲਈ ਜਿਵੇਂ ਕੁਦਰਤ ਨੇ ਉਹੋ ਜਿਹੀ ਰੁੱਤ ਬਣਾ ਦਿੱਤੀ ਜਾਂਦੀ, ਸਭ ਕੁਝ ਇਸ ਤਰੀਕੇ ਨਾਲ ਉਹ ਚੀਜ਼ਾਂ ਵਾਪਰਦੀਆਂ। ਤੁਸੀਂ ਦੁਨੀਆ ਭਰ ਦੇ ਇਸ ਚੀਜ਼ਾਂ ਨੂੰ, ਮੂਵਮੈਂਟਸ ਨੂੰ ਪੜ੍ਹ ਕੇ ਦੇਖੋ। ਹਾਂ, ਪੋਸੀਬਿਲਿਟੀ ਵੀ ਹੁੰਦੀ ਹੈ ਇਹ ਸਭ ਕੁਝ ਹੋ ਕੇ ਡੀਰੇਲ ਹੋ ਜਾਏ, ਕਈ ਵਾਰ ਹੁੰਦਾ ਇਸ ਤਰੀਕੇ ਦੇ ਨਾਲ। ਜਿਸ ਸਾਰੇ ਡਿਰੇਲ ਨੂੰ ਕਰਨ ਦਾ ਜਿਹਦੇ ਪਿੱਛੇ ਤੁਸੀਂ ਕਾਜ਼ ਲੱਭੋਗੇ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਕਿਉਂਕਿ ਰੀਜ਼ਨ ਅਲਟੀਮੇਟਲੀ ਇਹੀ ਹੁੰਦਾ ਨਾ। ਹੁਣ ਮਕਾਨ ਹੈ ਸਾਰਾ, ਜਿਵੇਂ ਬਿਲਡਿੰਗ ਹੈ ਸਾਰੀ, ਬੜੀ ਵੱਡੀ ਬਿਲਡਿੰਗ ਹੈ, ਦੀਵਾਰਾਂ ਨੇ, ਸਭ ਕੁਝ ਨੇ, ਪਰ ਜੇ ਤੁਸੀਂ ਸਾਰੇ ਮਟੀਰੀਅਲ ਦੇ ਵਿੱਚ ਥੰਮਲੇ ਗਿਣੋਗੇ ਤੇ ਥੰਮਲੇ ਥੋੜੇ ਨੇ ਇਹਦੇ 'ਚ, ਜਿਨ੍ਹਾਂ ਨੇ ਉਸ ਚੀਜ਼ ਨੂੰ ਥੰਮਿਆ ਹੈ ਇਸ ਤਰੀਕੇ ਦੇ ਨਾਲ। ਥਿੰਗਸ ਆਰ ਸਟੈਂਡਿੰਗ ਔਨ ਇਟ, they are actually giving proper shape। ਜਿਹੜੇ ਬੰਦੇ ਨੇ ਬਿਲਡਿੰਗ ਨੂੰ ਜੇ ਕਿਤੇ ਡੈਮੇਜ ਕਰਨਾ ਹੋਏ, ਤੂੰ ਕਹੇਗਾ ਕਿੱਥੋਂ ਇੱਕ ਪਾਸੋਂ ਢਾਣ ਲੱਗਾਂਗਾ, ਦੀਵਾਰਾਂ ਢਾਵਾਂਗਾ। ਹਾਂ, ਇੱਕ ਕੰਮ ਕਰਾਂ, ਥੰਮਲੇ ਢਾਵਾਂ। ਜੇ ਥੰਮਲੇ ਡਿੱਗ ਜਾਣ, ਹਾਲਾਂਕਿ ਥੰਮਲੇ ਬਹੁਤ ਸੋਲਿਡ ਬਣਾਏ ਹੁੰਦੇ ਨੇ, ਬਿਲਡਿੰਗ ਨਾਲੋਂ ਕਿਤੇ ਸੋਲਿਡ ਹੁੰਦੇ, ਤਾਂ ਬਿਲਡਿੰਗ ਦਾ ਵਜ਼ਨ ਚੱਕਦੇ ਨੇ ਉਹ, ਅਦਰਵਾਈਜ਼ ਨਹੀਂ ਹੋ ਸਕਦਾ। ਜੇ ਉਹਨਾਂ ਨੂੰ ਤੁਸੀਂ, ਤੇ ਹਿਊਮਨ ਬੀਇੰਗ ਦੀ ਇੱਕ ਸਿੱਧੀ ਵੀਕਨੈਸ ਹੈ ਮਾਇਆ। ਮਾਇਆ ਸਿੱਧਾ ਰੋਕੜ ਨਹੀਂ ਹੁੰਦਾ, ਬਹੁਤ ਕੁਝ ਇਹਦੇ 'ਚ ਇਨਵੋਲਵ ਹੁੰਦਾ। ਸਭ ਤੋਂ ਵੱਡੀ ਮਾਇਆ 'ਚ ਅਸੀਂ ਆਪ ਜਿੰਨੇ ਹਾਂ, ਹਉਮੈ, ਅਹੰਕਾਰ, ਜਿਹੜੀ ਇਹ ਦੱਸਦੀ ਹੈ ਕਿ ਬਸ ਤੂੰ ਹੀ ਤੂੰ ਹੈ, ਬਾਕੀ ਕੋਈ ਨਹੀਂ ਹੈਗਾ। ਇਹ ਤੇਰਾ ਜਿੰਨਾ ਵਜਨ ਤੂੰ ਚੱਕਿਆ ਨਾ ਆਪਣੇ ਪੈਰਾਂ ਤੇ, ਭੁੱਲ ਜਾ। ਜੇ ਤੂੰ ਨਾ ਹੁੰਦਾ ਇੱਥੇ ਤਾਂ ਕੁਛ ਵੀ ਨਹੀਂ ਸੀ ਹੋਣਾ। ਹੁਣ ਆਹ ਜਿਹੜੀ ਇਲੂਜਨ ਆ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਫਿਰ ਉਹ ਜੋ ਬੋਲਦੇ ਨੇ ਉਹ ਬੇਈਮਾਨੀ ਹੈ, ਇਹ ਕੱਚ ਹੈ। ਬਿਨਾਂ ਸ਼ੱਕ ਬੰਦਾ ਬਾਣੀ ਪੜ੍ਹ ਕੇ ਇਹ ਬੋਲ ਕਹਿ ਰਿਹਾ ਹੋਏ, ਜਦੋਂ ਉਹਦੇ ਵਿੱਚ ਹੰਕਾਰ, ਲਾਲਚ, ਸਵਾਰਥ, ਡਰ, ਮੋਹ, ਹਵਸ ਕੋਈ ਚੀਜ਼ ਵੀ ਹੈ, ਜੇ ਸਹੀ ਤਰੀਕੇ ਨਾਲ ਕਿਹਾ ਜਾਏ, ਬਾਣੀ ਤੁਹਾਡੀ ਇੰਟੈਂਸ਼ਨ ਤੈਅ ਕਰਦੀ ਹੈ, ਤੁਹਾਡੇ ਅੰਦਰ ਦੀ ਤਰਬੀਅਤ ਤੈਅ ਕਰਦੀ ਹੈ। ਜਿੰਨੀ ਉਹ ਸੁਧਰਦੀ ਜਾਏਗੀ, ਤੇ ਫਿਰ ਜਿਹੜੀ ਸੁਧਰੀ ਹੋਈ ਇੰਟੈਂਸ਼ਨ ਹੈ, ਉਹ ਤੇ ਵੈਸੇ ਹੀ ਗਲਤ ਚੀਜ਼ ਬੋਲਣ ਨਹੀਂ ਦੇਗੀ, ਉਹ ਤੇ ਵੈਸੇ ਹੀ ਕਿਸੇ ਸੱਜੇ ਖੱਬੇ ਨਹੀਂ ਜਾਣ ਦੇਗੀ। ਜਦੋਂ ਬੰਦਾ ਸਿੱਖ ਹੋ ਗਿਆ ਤਾਂ ਉਹਨੂੰ ਕਿਹਾ ਜਾਏ ਕੁਝ ਦੱਸ, ਉਹ ਤੇ ਗੁਰਬਾਣੀ ਦੱਸੇਗਾ ਤੁਹਾਨੂੰ, ਉਹ ਕਿਉਂ ਹੋਰ ਕੁਝ ਦੱਸੇਗਾ। ਇਹਨੂੰ ਇੱਕ ਸਰਲ ਐਗਜ਼ਾਮਪਲ ਹੋਰ ਕਰਦਾ ਮੈਂ, ਕਿਉਂਕਿ ਜਿਹੜਾ ਗੁਰੂ ਦੇ ਨਾਲ ਸਾਡਾ ਰਿਸ਼ਤਾ ਵੀ ਹੈ, ਬੀਇੰਗ ਏ ਸਿੱਖ, ਜਦੋਂ ਅਸੀਂ ਥੋੜ੍ਹਾ ਜਿਹਾ ਵੀ ਅਵੇਅਰ ਹੁੰਦੇ ਹਾਂ, ਤੇ ਸਾਨੂੰ ਗੁਰੂ ਤੋਂ ਬਿਨਾਂ ਕੁਝ ਹੋਰ ਦਿਸਦਾ ਵੀ ਨਹੀਂ, ਕਿਉਂਕਿ ਸਾਡੀ ਇਹ ਸਾਰੀ ਸੋਚ ਉੱਥੋਂ ਹੀ ਆਈ, ਰੂਟਸ ਹੀ ਉੱਥੋਂ ਆ ਰਹੇ ਨੇ ਸਾਰੇ। ਸਾਡੇ ਇੱਥੇ ਜਿਵੇਂ ਆਪ ਨੂੰ ਪਤਾ ਹੋਏਗਾ, ਕੁਝ ਸਾਲ ਪਹਿਲਾਂ ਜੋ ਬਰੈਂਪਟਨ ਹੌਸਪੀਟਲ ਹੈਗਾ ਹੈ, ਇਹਦੇ ਵਾਸਤੇ ਫੰਡ ਰੇਜ਼ਿੰਗ ਹੋਈ ਸੀ, ਕਾਫੀ ਵੱਡੇ ਲੈਵਲ 'ਤੇ ਫੰਡ ਰੇਜ਼ਿੰਗ ਸਾਡੇ ਲੋਕਾਂ ਨੇ ਪਾਰਟੀਸਪੇਟ ਕੀਤਾ, ਰੇਡੀਓਥੋਨਸ ਹੋਈਆਂ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਕਿਸੇ ਇੱਕ ਨਾਮ ਨੂੰ ਜਾਂ ਕਿਸੇ ਇੱਕ ਤੁਹਾਡੀ ਉਸ ਤੋਂ ਉੱਥੇ ਇੱਕ ਪਲੱਕ ਦੀ ਤਰ੍ਹਾਂ, ਇੱਕ ਉਸ ਯਾਦਾਸ਼ਤ ਦੀ ਤਰ੍ਹਾਂ ਕੋਈ ਚੀਜ਼ ਰੱਖਣੀ ਚਾਹਾਂਗੇ ਉੱਥੇ, ਤੁਹਾਨੂੰ ਟ੍ਰਿਬਿਊਟ ਕਰਨ ਲਈ ਸਾਰੇ। ਠੀਕ ਹੈ ਜੀ, ਕਿਵੇਂ ਕਰੋਗੇ? ਕਿਹਾ ਗਿਆ ਕਿੱਥੇ? ਐਮਰਜੈਂਸੀ ਦਾ ਨਾਂ ਰੱਖ ਦਿੰਦੇ ਹਾਂ। ਕਿਹੜਾ ਨਾਂ ਰੱਖੀਏ? ਬੜਾ ਚਰਚਾ ਹੋਇਆ, ਕਹਿੰਦੇ ਗੁਰੂ ਨਾਨਕ ਐਮਰਜੈਂਸੀ। ਠੀਕ ਹੈ, ਹਾਲਾਂਕਿ ਉਹ ਬਾਅਦ ਵਿੱਚ ਇਤਰਾਜ਼ ਵੀ ਰਿਹਾ ਕਿ ਇਹਨਾਂ ਨੇ ਜਿਹੜਾ ਸਾਈਨ ਹੈ ਇਸ ਤਰ੍ਹਾਂ ਨਹੀਂ ਲਗਾਇਆ, ਇਸ ਤਰ੍ਹਾਂ ਨਹੀਂ। ਹੁਣ ਉਹ ਰੀਸੈਂਟਲੀ ਮੈਨੂੰ ਹੁਣੇ ਪਤਾ ਲੱਗਾ ਕਿ ਉਹ ਫਿਕਸ ਕਰਕੇ ਉਹਨਾਂ ਨੇ ਪ੍ਰੋਪਰਲੀ ਉੱਚਾ ਕਰ ਦਿੱਤਾ ਇਸੇ ਸਾਲ, ਹੁਣ ਲਾਸਟ ਸੈਪਟੰਬਰ ਦੇ ਵਿੱਚ ਮੇਰੇ ਖਿਆਲ ਦੇ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉਸ ਤੋਂ ਬਾਅਦ ਲਿਬਰਲ ਗੌਰਮੈਂਟ ਤੋਂ ਬਾਅਦ ਕੰਜ਼ਰਵੇਟਿਵ ਗੌਰਮੈਂਟ ਆ ਗਈ। ਮੈਂ ਵੀ ਇੱਥੇ ਸੀਗਾ, ਅਤੇ ਉਹਨਾਂ ਨੇ ਕੁਝ ਪਬਲਿਕ ਫੰਡਡ ਇੱਕ ਰਿਸਰਚ
ग्रुप्स बनाए जिन्हों के एक रिसर्च ये सी कि ਜਿਹੜੇ ਲੋਕ ਇੱਥੇ ਆਏ ਨੇ ਖਾਸ ਕਰਕੇ ਐਥਨਿਕ ਕਮਿਊਨਿਟੀ ਇਹ ਆਪਣੇ ਨਾਲ ਕੋਈ ਕਿਸੇ ਕਿਸਮ ਦਾ ਡਿਸਕ੍ਰਿਮੀਨੇਸ਼ਨ ਦਾ ਜਾਂ ਕਿਸੇ ਆਪਣੇ ਪਿਛੋਕੜ ਦੇ ਵਿੱਚੋਂ ਕਿਉਂਕਿ ਸੁਸਾਇਟੀ ਜੇ ਪ੍ਰੋਪਰਲੀ ਮਤੇ ਮਰਜ ਨਾ ਕਰਨ ਇਹਨਾਂ ਦੇ ਵਿੱਚ ਕੁਝ ਇਸ ਕਿਸਮ ਦੀ ਬਾਤ ਹੋਏ ਸੋ ਕੋਈ ਆਪਣਾ ਬੈਗੇਜ ਦੇ ਨਾਲ ਕੈਰੀ ਕਰਕੇ ਲਿਆ ਰਹੇ ਮੇਨ ਇਹ ਲੋਕ ਆਪਣੀ ਐਥਨੀਸਿਟੀ ਜਿਹੜੀ ਹੈਗੀ ਹੈ ਉਹਦੀ ਪ੍ਰਮੋਸ਼ਨ ਜ਼ਿਆਦਾ ਤਾਂ ਨਹੀਂ ਕਰ ਰਹੇ ਮੁਕਾਬਲਤਨ ਕੈਨੇਡੀਅਨ ਵੈਲਿਊਜ਼ ਇਸ ਕਿਸਮ ਦੀ ਰਿਸਰਚ ਵਾਸਤੇ ਬਕਾਇਦਾ ਤੌਰ 'ਤੇ ਫੰਡਿੰਗ ਹੋਈ ਪ੍ਰੋਫੈਸਰ ਸੀਗੀ ਆਟਵਾ ਯੂਨੀਵਰਸਿਟੀ ਤੋਂ ਮੈਡੀਕਲ ਸਕੂਲ ਤੋਂ ਸ਼ੀ ਟੀਚਸ ਐਥਿਕਸ ਓਵਰ ਦੇਅਰ ਸ਼ੀ ਗੋਟ ਦੈਟ ਐਕਚੁਅਲੀ ਜਿਹੜਾ ਉਹਨਾਂ ਨੂੰ ਪ੍ਰੋਜੈਕਟ ਮਿਲਿਆ ਉਹ ਇੱਥੇ ਸਾਡੀ ਕਮਿਊਨਿਟੀ 'ਚ 2-4 ਬੰਦਿਆਂ ਨੂੰ ਮਿਲੀ UFT ਚਲੀ ਗਈ ਕੁਝ ਸਟੂਡੈਂਟਸ ਨੂੰ ਮਿਲੀ ਉਹ ਰਿਸਰਚ ਕਰਨ ਵਾਸਤੇ ਟੂ ਨੋ ਵੀ ਇਹ ਗੁਰੂ ਨਾਨਕ ਐਮਰਜੈਂਸੀ ਨਾਂ ਕਿਉਂ ਰੱਖਿਆ ਕੁਝ ਹੋਰ ਉਹਦੀਆਂ ਕਮਿਊਨਿਟੀਜ਼ ਦੇ ਬਾਰੇ ਗੱਲਾਂ ਸੀਗੀਆਂ ਕਰਦਿਆਂ ਕਰਾਉਂਦਿਆਂ UFT 'ਚ ਮੇਰਾ ਇੱਕ ਸਟੂਡੈਂਟ ਮਿਲ ਗਿਆ ਉੱਥੇ ਉਹ ਮੇਰੇ ਕੋਲ ਆਇਆ ਲੌਂਗ ਸਟੋਰੀ ਸ਼ਾਰਟ ਆਈ ਵੁੱਡ ਲਾਈਕ ਟੂ ਸੇ ਜਦੋਂ ਇੱਥੇ ਲੈ ਆਇਆ ਅਤੇ ਉਹ ਮੇਰੇ ਨਾਲ ਗੱਲਬਾਤ ਕਰਨ ਦੇ ਦੌਰਾਨ ਹਾਲਾਂਕਿ ਬਾਅਦ ਵਿੱਚ ਸਾਡੇ ਕੋਲ ਬੜੀ ਉਹਦੀ ਆਉਂਦੀ ਰਹੀ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਉਹ ਕਹਿੰਦੀ ਕਿ ਈਵਨ ਦੋ ਕੈਨੇਡੀਅਨ ਸਿੱਖਸ ਹੈਵ ਬੀਨ ਹੇਅਰ ਇਨ ਕੈਨੇਡਾ ਮੋਰ ਦੈਨ 100 years ਐਂਡ ਵੈਨ ਦੇ pick an icon. Why they pick Guru Nanak? That is my question. So can you address it? मैं क्या जी गल ये है उन्हें क्या बहुत सारे साढ़े इत्थे कैनेडियन सिख जिहड़े हैगे ने वो बड़े हैगे ने इत्थे नामवर उन्होंने क्यों नहीं चूज़ किया गया ਜਦੋਂ ਇਹ ਸਾਰੀ ਗੱਲਬਾਤ ਹੋਈ तो मैं ਉਹਨੂੰ बहुत ईमानदारी नाल आंसर किया मैं क्या गल ये है कि जे तुसीं मैनूं पुछदे हो तो मैं तुहानूं आंसर ये करदा कि ਇਹ ਜਿਹੜੀ ਪਿਕ ਕੀਤਾ ਗਿਆ ਨਾਮ ਜਾਂ ਚੂਜ਼ ਕੀਤਾ ਗਿਆ ਇਹ ਇੰਟੈਂਸ਼ਨਲੀ ਨਹੀਂ ਹੋਇਆ ਇਹ ਕਿਵੇਂ ਹੋਇਆ ਮੈਂ ਕਿਹਾ ਸਿੱਖ ਦੀ ਕੌਂਸ਼ੀਅਸ ਵਿੱਚੋਂ ਨਿਕਲਿਆ ਕਿਉਂਕਿ ਜਦੋਂ ਬੀਇੰਗ ਅ ਸਿੱਖ ਅਸੀਂ ਬਹੁਤ ਡੀਪ ਲੈਵਲ ਤੇ ਕਿਸੇ ਚੰਗੇ ਕਾਰਜ ਬਾਰੇ ਸੋਚਦੇ ਹਾਂ ਸਾਨੂੰ ਆਪਣਾ ਗੁਰੂ ਤੇ ਗੁਰੂ ਵੀ ਉਹ ਜਿਹਨੇ ਸਾਡਾ ਮੁੱਢ ਬਣਿਆ ਗੁਰੂ ਨਾਨਕ ਉਹ ਦਿਸਦਾ ਆ ਹੁਣ ਆਹ ਜਿਹੜੀ ਚੀਜ਼ ਆ ਜਿੰਨੇ ਤੁਸੀਂ ਇੰਟੈਂਸ਼ਨਲ ਲੈਵਲ ਤੇ ਅੰਦਰ ਆਪਣੇ ਆਪ ਦੇ ਝਾਤ ਮਾਰੋਗੇ ਬੀਇੰਗ ਅ ਸਿੱਖ ਬਲੀਵਰ ਤੁਹਾਡੀ ਸਾਂਝ ਉਹਦੇ ਨਾਲ ਬਣਦੀ ਲੱਗੀ ਜਾਏਗੀ ਜਦੋਂ ਗੁਰੂ ਸਾਹਿਬ ਇਹ ਬਾਤ ਕਰਦੇ ਨੇ ਕਿ ਚਿੱਤ ਕਿਨੇ ਹਿਰ ਲਿਆ ਤੇਰਾ ਜੇ ਚਿੱਤ ਮਾਇਆ ਹਿਰ ਗਈ ਫਿਰ ਗੁਰੂ ਭੁੱਲ ਜਾਏਗਾ ਫਿਰ ਤੇਰੀ ਆਪਣੇ ਰੂਟਸ ਤੋਂ ਆਪਣੀ ਆਪੇ ਤੋਂ ਸਾਂਝ ਟੁੱਟ ਗਈ ਜੇ ਚਿੱਤ ਤੇਰਾ ਹਿਰ ਲਿਆ ਤੇਰੇ ਆਪਣੇ ਆਪੇ ਨੇ ਰੀਅਲ ਨੇ ਰਿਐਲਿਟੀ ਨੇ ਫਿਰ ਸੱਚੀ ਬਾਣੀ ਵੀ ਦਿਸੇਗੀ ਸੱਚ ਵੀ ਦਿਸੇਗਾ ਤੇ ਸੱਚ ਦੇ ਬੋਲਾਂ ਦੇ ਉੱਤੇ ਸਿਰਫ ਉਹਨਾਂ ਨੂੰ ਬੋਲ ਸੁਣ ਨਹੀਂ ਸਕੇਗਾ ਖੜ ਸਕੇਗਾ ਅੰਡਰਸਟੈਂਡ ਉਹਨੂੰ ਅਪਣਾ ਸਕੇਗਾ ਇਹ ਹੈ ਸੱਚੇ ਸਤਿਗੁਰ ਦਾ ਅਸਲ ਪੈਰਾ ਜਿੰਨਾ ਅਸੀਂ ਇਸ ਨੂੰ ਇਸ ਲੈਵਲ ਤੇ ਅਪਣਾ ਲਵਾਂਗੇ ਗੁਰੂ ਬਾਬਾ ਜੀ ਕਹਿੰਦੇ ਫਿਰ ਕਹਿੰਦੇ ਜਿਹੜੀ ਸੱਚ ਕੱਚੀ ਬਾਣੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਫਿਰ ਜਿੱਥੇ ਨੀਅਤ ਹੀ ਮਾੜੀ ਹੈ ਜਿੱਥੇ ਬੰਦੇ ਦੀ ਜਿਹੜਾ ਹੈ ਚਿੱਤ ਦੇ ਚੀਜ਼ ਆ ਗਈ ਫਿਰ ਕੀ ਕਹਿਣਾ ਕੀ ਬੋਲਣਾ ਸਭ ਕੱਚ ਹੀ ਕੱਚ ਹੈ ਉਸ ਰੂਪ ਦੇ ਵਿੱਚ ਕਈ ਵਾਰ ਚੋਗਾ ਬਾਹਰੋਂ ਪਾਇਆ ਹੈ ਉਸ ਚੀਜ਼ ਦਾ ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਦਿਨ ਮੈਂ ਡਿਟੇਲ 'ਚ ਬਾਤ ਕਰ ਲਵਾਂਗੇ ਪਰ ਖੋਤੇ ਤੇ ਸ਼ੇਰ ਦੀ ਖੱਲ ਪਾਤੀ ਸੀ ਇਹ ਸਿਰਫ ਇੱਕ ਸਿੰਬੋਲਿਕ ਚੀਜ਼ ਨਹੀਂ ਹੈਗੀ ਕਈ ਵਾਰ ਬੰਦੇ ਦੇ ਬੋਲਾਂ ਦੇ ਵਿੱਚ ਵੀ ਬੋਲ ਕੁਝ ਰਿਹਾ ਦੱਸ ਕੁਝ ਰਿਹਾ ਇਹਨੂੰ ਸਮਝਿਆ ਜਾਏ ਬੋਲਦਾ ਬੰਦਾ ਬਾਣੀ ਹੈ ਬਾਣੀ ਦੇ ਜ਼ਰੀਏ ਬਾਣੀ ਦੇ ਮੈਸੇਜ ਤੋਂ ਤੋੜ ਰਿਹਾ ਹੈ ਸੋ ਇੱਥੇ ਆਹ ਚੀਜ਼ ਤੇ ਇਹ ਇਤਨੀ ਜ਼ਿਆਦਾ ਹਾਰਮਫੁਲ ਆ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰ ਸੋ ਸਤਿਗੁਰੂ ਵਰਤਣਾ ਹੈ ਜਿੱਥੇ ਇੱਥੇ ਬਚਨ ਆ ਰਿਹਾ ਹੈਗਾ ਸੱਚ ਹੈ ਸਤਿਗੁਰੂ ਸਾਚ ਬੁਝਾਇਆ ਜਦੋਂ ਉਸ ਤਰੀਕੇ ਦੇ ਨਾਲ ਮੇਰਾ ਕਨੈਕਸ਼ਨ ਬਣਿਆ ਮੇਰੀ ਸਾਂਝ ਬਣੀ ਤੇ ਸਾਂਝ ਆਪਣੇ ਨਾਲ ਤੇ ਆਪਣੇ ਨਾਲ ਬਣਾਉਣ ਵਾਸਤੇ ਜਿਹੜਾ ਸੋਰਸ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ ਗੁਰਸਿੱਖਾਂ ਦੀ ਸੰਗਤ ਆ ਸਾਡਾ ਗੁਰਮਤਿ ਇੰਸਟੀਟਿਊਸ਼ਨ ਹੈ ਸਭ ਚੀਜ਼ਾਂ ਉਤਨਾ ਬੰਦਾ ਇਮਾਨਦਾਰ ਹੁੰਦਾ ਗਿਆ ਤੇ ਫਿਰ ਉਹਦੇ ਨਾਲ ਉਹਨੂੰ ਪਤਾ ਲੱਗਾ ਹਾਂ ਗੁਰੂ ਤੇ ਵਰਤ ਰਿਹਾ ਆ ਗੁਰੂ ਦਾ ਵਰਤਣਾ ਮੈਨੂੰ ਹਰ ਅਮਲ ਹਰ ਅਮਾਲ ਹਰ ਕਰਮ ਹਰ ਵਿੱਚੋਂ ਨਜ਼ਰ ਪੈ ਰਿਹਾ ਗੁਰੂ ਵਰਤ ਰਿਹਾ
ये बुझ जाती गल। सच है सतगुर साच बुझाया, पत रख है सच सोई राम। फिर होर कोई पत नहीं रखता, पत ही रखता, लाजे ही पालदा। क्योंकि इत्थे आके अकल जिहड़ी है, क्योंकि गुरु की अकल आ गई ना, गुरमत, तो गुरु की मत नूं ते कोई ना हरा सकता है, ना तोड़ सकता है। तो उहदी उस मत विचों निकले अमल की तो कदी बेपती नहीं। वो तो हमेशा सच्चे मार्ग चलते हैं, उस्तत करे जान, जय जयकार। कई बार असीं भी सोच लें जिवें ये सारे पिछले समय के स्ट्रगल विचों सारे चुक्या भी, हालांकि कोविड टाइम दे विच भी सिखां दी बड़ी चार चफेरे जिथे जिथे कम्यूनिटी है बहुत वधिया तरीके नाल शोभा हुई। तो कोई इंडिविजुअल ये समझ ले कि शायद ये साडी शोभा आ, साडा ये भाई गुरु की मत विचों निकले अमल की शोभा आ। ये है कि सानू उहदा मान मिल रहा है, इस करके असीं शुक्रगुजार हो जाइए। उहदी बात हुई, पत रख है सच सोई राम। सच्चा भोजन पाओ सच्चा है, सच्चा है नाम सुख होई राम। सच्चा भोजन पाओ सच्चा है, सच का भोजन पाओ। पाओ कहते ने प्यार नूं, प्रेम नूं। कदी आप एहसास करो, प्रेम एडी वड्डी मतलब खुराक है, फूड है ना, ये सामने दुनिया का हर फूड छोटा हो जाता, हर चीज़ छोटी पै जाती है। हुण तुसीं देखोगे माँ बाप जिन्हों ने, मैं तो खुद बड़े बड़े इस तरीके नाल सज्जना लोगों को जानदा हाँ, मेरे इत्थे जानन वाले हैगे ने, तो इंडिया तो इत्थे आए अराउंड 80s दे विच, इत्थे आके दो जॉबां कीतियां, मतलब इस तरीके दे नाल। तो मैनूं लिटरली तौर पर दसदे कहंदे कि भाई साहब ये गल मैं दसां 2005 दी 6 दी कि जो 1980s दे विच मेरे कोल पैंटां सीगियां, सूट सीगे, अज भी मेरे कोल पए ने, मैंने संभाल के अज भी पाना। मैं तो 10-10 सालों के शूज़ जिहड़े ने वो नहीं खराब किते, उस रूप दे विच। हसबैंड वाइफ डबल जॉब कर रहे, एक ही गड्डी रखी है, एक लैके जा रहा, दूजा राइड मंग रहे, सब कुछ कमाई गए, जोड़ी गए सब। जिवें ही बच्चों नूं पालण की बात आई, बच्चों नूं संभालण की बात आई, महंगे तो महंगे कपड़े लैके देने, महंगिया तो महंगिया यूनीवर्सिटीज़ विच भेजिया उन्होंने। कारां की वारी आई, महंगी तो महंगी। बेटे नूं कहंदे पहले दिन लैके गया तो वो मैनूं कहे कि बेटा दसे मैनूं कि आ जिहड़ा इत्थे सेल लगे, कहंदे फॉरगेट अबाउट द सेल, तू ये दस गड्डी किहड़ी लैनी है। वो कहंदे इस तरह, कहंदे नहीं ये गड्डी इस तो वधिया उचली, इस तो होर हायर मॉडल की गड्डी जिहड़ी है अराउंड जिहड़ा $1,00,000 के नेड़े, वो गड्डी लिया के दित्ती उसनूं। तो वो बेटा मैनूं कहंदे भी डैड तुसीं भी चला लिया करो कदी कदार। वो कहंदे नहीं बेटा, जदों मैं तैनूं चलांदे नूं देखदा मैनूं खुशी हुंदी है, जदों मैं तुहाडे विच जी रिहा, जो तुहानूं मैं खांदिआं नूं पांदिआं नूं वेखदा मैनूं खुशी चढ़दी है। भाव ये हुंदा है, प्यार ये हुंदा है। जदों बंदा प्रेम विच इतना खीवा हो जाए, जिहड़ा उहनूं फूड मिलदा है, जिहड़ी उहनूं खुराक मिलदी है, ਉਹਦਾ ਬੰਦਾ ਆਪ ਖਾ ਕੇ ਉਨੀ ਖੁਸ਼ੀ ਨਹੀਂ ਪ੍ਰਾਪਤ ਕਰਦਾ ਜਿੰਨੀ ਆਪਣਿਆਂ ਨੂੰ ਆਪਣੇ ਤੇ ਨੁਸ਼ਾਵਰ ਕਰਕੇ ਇਹ ਪ੍ਰਾਪਤ ਕਰਦਾ ਹੈ। ਹਾਲਾਂਕਿ ਇਹਦੇ ਚ ਮੋਹ ਦਾ ਰੰਗ ਵੀ, ਪਰ ਇੱਕ ਐਗਜ਼ਾਮਪਲ ਦੇ ਤੌਰ ਤੇ ਬਾਤ ਕੀਤੀ। ਇੱਥੇ ਜਿਹੜੀ ਗੁਰੂ ਸਾਹਿਬ ਨੇ ਬਾਤ ਕੀਤੀ ਨਾ, ਸੱਚਾ ਭੋਜਨ ਭਾਉ ਸੱਚਾ ਹੈ। ਜਿਹੜਾ ਸੱਚਾ ਪਿਆਰ ਆ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ ਤੇ ਕਾਇਨਾਤ ਨਾਲ, ਇਹ ਜਿਹੜੀ ਚੀਜ਼ ਆ ਇਹ ਸੱਚਾ ਭੋਜਨ ਬਣ ਜੇ ਬੰਦੇ ਦਾ। ਬੰਦਾ क्योंकि सच्चे सतगुरु के उपदेश हिरदे विच ने, बंदे नूं एहसास आ गुरु मेरे अंग संग है, घबराउण की लोड़ नहीं है। तो गुरु के दसे राह के उत्ते कंप्लीट डेडिकेशन के नाल तुर रहा। तो तुर काहदे वास्ते रहा है? किसी चीज़ नूं उजाड़न, उखाड़न, बर्बाद, तबाह करने वास्ते नहीं ना। सिक्खी दा ये ते आशा ही नहीं हैगा। अनारकी जिहड़ी है, अराजकता जिहड़ी है, या लॉलेसनेस जिहड़ी है, या धरती ते बर्बादी जिहड़ी है, किसी नूं मार के आप उच्चे चुकण की बात आ, सिक्खी ते है ही नहीं। सिक्खी ते दूजे नूं आबाद करके आप आबाद होने की गल है। ये जिहड़ी ग्लोरी है जदों मत विच होएगी, फिर अमल भी ऐसे निकलणगे। इसलिए साडा सारा इतिहास एक ग्लोरी नाल भरिया आ। इहदे विच मनुखता दे घाण दी स्टोरी नहीं मिलेगी तुहानूं। हाँ, मनुखता नूं वसाण दी स्टोरी वो सारी भरी है। इत्थे साहिब महाराज ने बयान किया
ਜਦੋਂ ਇਹੋ ਜਿਹਾ ਸੱਚਾ ਭੋਜਨ ਭਾਉ ਸੱਚਾ ਹੈ, ਸੱਚਾ ਨਾਮ ਸੁਖ ਹੋਈ ਰਾਮ, ਫਿਰ ਇਸੇ ਨਾਮ ਵਿੱਚੋਂ, ਇਸੇ ਮਹਿਮਾ ਵਿੱਚੋਂ, ਇਹ ਨਾਮ ਦਾ ਮਤਲਬ ਮਹਿਮਾ ਹੈ, ਅਸਲ ਸੁਖ ਪ੍ਰਾਪਤ ਹੁੰਦਾ ਹੈ। ਅਗਲਾ ਬਚਨ ਲਿਖਿਆ ਸਾਹਿਬ ਨੇ, ਸਾਚੈ ਨਾਮ ਸੁਖ ਹੋਈ, ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ। ਕਿ ਉਹ ਲੋਕੀ ਪੁੱਛਦੇ, ਡੂ ਸਿੱਖ ਬਲੀਵ ਇਨ ਹੈਵਨ ਐਂਡ ਹੈਲ? ਆਫਟਰ ਡੈਥ ਵਟਸ ਗੋਨਾ ਹੈਪਨ? ਆਰ ਵੀ ਗੋਨਾ ਗੋ ਟੂ ਐਕਚੁਅਲੀ ਜਿਹੜਾ ਹੈਗਾ ਅਸੀਂ ਰਿਕਾਰਨੇਸ਼ਨ ਵਿੱਚ ਜਾਵਾਂਗੇ, ਔਰ ਆਰ ਵੀ ਗੋਨਾ ਸੀ hell or heaven, that kind of actually concept. So what is the Sikh belief? ਭਾਈ ਜਿਹੜਾ ਸਿੱਖ ਬਲੀਵ ਹੈ ਉਹ ਆ ਤੁਹਾਡੇ ਸਾਹਮਣੇ ਹੈ, ਜਿਹੜਾ ਐਗਜ਼ੈਕਟ ਸਿੱਖ ਹੋ ਗਿਆ। ਉਸ ਸਾਹਿਬ ਨੇ ਕਿਹਾ, ਸਾਚਾ ਨਾਮ ਸੁਖ ਹੋਈ, ਮਰੈ ਨਾ ਕੋਈ। ਫਿਰ ਤੇ ਮਰਨਾ ਹੀ ਨਹੀਂ, ਤੇ ਮਰਨਾ ਹੀ ਨੇ ਫਾਰਮ, ਜਿਹੜਾ ਬੰਦਾ ਇਸ ਫਾਰਮ ਵਿੱਚ ਜੀ ਨਹੀਂ ਰਿਹਾ, ਜਿਹਨੂੰ ਬਦੇ ਹੋਣਾ ਕਿਹਾ ਗਿਆ, ਲੋਕਾਂ ਨੇ ਤੇ ਬੜਾ ਹੋਰ ਰੰਗਾਂ 'ਚ ਬਿਆਨ ਕਰਤਾ, ਲਿਟਰੇਚਰ ਇਸ ਲਿਖੀ ਗਿਆ, ਸੌਰੀ ਟੂ ਸੇ, ਮਾਫੀ ਚਾਹਾਂਗਾ ਮੈਂ। ਇਹਦਾ ਮਤਲਬ ਇਹ ਹੈ, ਜਿਹੜਾ ਇਸ ਚੀਜ਼ ਤੋਂ ਉੱਪਰ ਉੱਠ ਗਿਆ, ਬੰਦੇ ਨੂੰ ਤੇ ਆਪਣੀ ਭੁੱਖ ਹੀ ਇੰਨੀ ਕੁ ਤੰਗ ਕਰਦੀ ਹੈ, ਬੰਦਾ ਕਿਸੇ ਹੋਰ ਦੀ ਭੁੱਖ ਵੇਖ ਹੀ ਨਹੀਂ ਸਕਦਾ। ਬੰਦਾ ਤੇ ਆਪਣੀਆਂ ਲੋੜਾਂ 'ਚ ਇਤਨਾ ਗਰਸ ਗਿਆ, ਉਹਨੂੰ ਕਿਸੇ ਦੀ ਲੋੜ ਮਹਿਸੂਸ ਹੀ ਨਹੀਂ ਹੁੰਦੀ। ਇਹੋ ਜਿਹਾ ਬੰਦਾ ਤੇ ਆਤਮਿਕ ਤੌਰ ਤੇ ਮਰ ਗਿਆ ਆ। ਤੇ ਮਰੇ ਹੋਏ ਬੰਦੇ ਨੂੰ, ਉਹਦੇ ਲਈ ਹਾਂ, ਉਹਨੂੰ ਤੇ ਹਰ ਚੀਜ਼ ਡਰਾਏਗੀ, ਮੌਤ ਤੇ ਬੜਾ ਡਰਾਏਗੀ ਉਹਨੂੰ, ਕਿਉਂਕਿ ਉਹਦੇ ਕੋਲ ਆਤਮਿਕ ਤਾਕਤ ਹੀ ਨਹੀਂ ਹੈ ਕਿਸੇ ਚੀਜ਼ ਨੂੰ ਫੇਸ ਕਰਨ ਦੀ। ਜਿਹੜਾ ਉਸ ਲੈਵਲ ਤੇ ਅਵੇਅਰ ਆ, ਜਿਹਨੂੰ ਪਤਾ ਆ ਧਰਤੀ ਤੇ 4 ਦਿਨਾਂ ਦਾ ਮਹਿਮਾਨ ਆ, ਧਰਮਸ਼ਾਲਾ 'ਚ ਬੈਠਾ ਹੈ, ਆਲਰੇਡੀ ਤੇ ਕੱਲ ਵਿਦਾ ਹੋ ਜਾਣਾ, ਉਹ ਤੇ ਮਰਨ ਤੋਂ ਉੱਪਰ ਉੱਠ ਗਿਆ, ਉਹਦਾ ਕੋਈ ਮਰਨਾ ਨਹੀਂ। ਇਸੇ ਕਰਕੇ ਸਾਨੂੰ ਕਿਹਾ, ਸਾਕਤ ਮਰੈ ਸੰਤ ਸਭ ਜੀਵੈ। ਸਾਕਤ ਮਰ ਜਾਂਦੇ, ਸੰਤ ਸਾਰੇ ਜਿਉਂਦੇ ਨੇ। ਇੱਥੇ ਬਚਨ ਆਇਆ, ਸਭ ਨੇ ਬਿਆਨ ਕੀਤਾ ਕਿ ਜਦੋਂ ਇਹ ਚੀਜ਼ ਆ ਗਈ, ਜਦੋਂ ਸੋਝੀ ਉਸ ਲੈਵਲ ਤੇ ਬੰਦੇ ਦੇ ਜ਼ਹਿਨੀਅਤ ਵਿੱਚ ਆਉਣੀ ਸ਼ੁਰੂ ਹੋ ਗਈ, ਉਹਦੀ ਹਾਲਤ ਇਹ ਹੈਗੀ ਹੈ ਕਿ ਉਸ ਸੱਚ ਦੇ ਰੂਪ ਵਿੱਚ ਅਪਣਾਇਆ ਹੋਇਆ, ਸਾਚਾ ਨਾਮ ਸੁਖ ਹੋਈ, ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ। ਫਿਰ ਉਹਦਾ ਗਰਭ ਹੈ ਹੀ ਨਹੀਂ, ਗਰਭ ਕੱਟਿਆ ਗਿਆ। ਫਿਰ ਉਹ ਰੱਬੀ ਰਜ਼ਾ ਦੇ 'ਚ ਐਸਾ ਰਾਜੀ ਰਹਿਣਾ ਸ਼ੁਰੂ ਕੀਤਾ। ਜੋਤੀ ਜੋਤ ਮਿਲਾਈ, ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਦੀਵੇ ਨਾਲ ਦੀਵਾ ਬਲ ਗਿਆ ਤੇ ਰੌਸ਼ਨ ਦਿਮਾਗ ਹੋ ਗਿਆ, ਐਨਲਾਈਟਮੈਂਟ ਜਿਹਨੂੰ ਕਹਿੰਦੇ ਹਾਂ ਅਸੀਂ, ਉਹਨੂੰ ਕਿਹਾ ਗਿਆ ਸੱਚ ਨਾਏ ਪ੍ਰਗਾਸਾ। ਜਿੰਨੀ ਸੱਚ ਜਾਤਾ ਸੇ ਸੱਚੇ ਹੋਏ। ਜਿਸ ਨੇ ਇਸ ਸੱਚ ਦੇ ਰਾਹ ਨੂੰ ਪਹਿਚਾਨ ਲਿਆ, ਇਹ ਜਿਹੜਾ ਪਾਥ ਆ ਗੁਰੂ ਵਾਲਾ, ਗੁਰਬਾਣੀ ਵਾਲਾ, ਤੇ ਗੁਰਬਾਣੀ ਦੇ ਕਨਸੈਪਟ ਨੂੰ ਇਨਰ ਸਾਈਡ ਤੋਂ ਅਡਾਪਟ ਕਰਕੇ ਜਾਣ ਵਾਲਾ, ਉਹਨੂੰ ਸਾਹਿਬ ਨੇ ਕਿਹਾ, ਜਿੰਨੀ ਸੱਚ ਜਾਤਾ ਸੇ ਸੱਚੇ ਹੋਏ, ਅਨਦਿਨ ਸੱਚ ਧਿਆਇਨ। ਉਹਨਾਂ ਦੇ ਧਿਆਨ ਵਿੱਚੋਂ ਇਹ ਚੀਜ਼ ਕਿਵੇਂ ਟੁੱਟ ਸਕਦੀ ਹੈ? ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੁੜ ਦੁਖ ਪਾਇਨ। ਹੇ ਨਾਨਕ ਕਹਿ, ਸੱਚ ਨਾਮ ਜਿਨ ਹਿਰਦੈ ਵਸਿਆ, ਜਿਨ੍ਹਾਂ ਦੇ ਹਿਰਦੇ 'ਚ ਸੱਚ ਦਾ ਨਾਮ ਵਸ ਗਿਆ, ਨਾ ਵਿਛੁੜ ਦੁਖ ਪਾਇਨ। ਉਹ ਫਿਰ ਵਿਛੋੜੇ ਦਾ ਦੁੱਖ ਨਹੀਂ ਪ੍ਰਾਪਤ ਕਰਦੇ। ਤੇ ਵਿਛੋੜੇ ਦਾ ਦੁੱਖ ਇਹੋ ਹੀ ਹੈ ਕਿ ਜਿਹੜੀ ਖਾਸ ਕਰਕੇ ਅੰਦਰ ਦੀ ਅਸਲਾਤਮਕ ਸੋਝੀ ਹੈ, ਉਹ ਫਿਰ ਦੂਰ ਨਹੀਂ ਜਾਂਦੀ। ਮਨੁੱਖ ਹਰ ਵਕਤ ਮਨੁੱਖ ਹੋ ਕੇ ਜੀਣ ਦਾ ਉਹ ਫਲ ਤੇ ਉਹ ਸਬਬ ਪ੍ਰਾਪਤ ਕਰ ਲੈਂਦਾ ਹੈ। ਸਭ ਰਹਿਮਤ ਕਰਨ ਇਹ ਨਾਲ ਵੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।